हेलो गाइस, वेलकम टू आवर चैनल। ਅੱਜ ਅਸੀਂ ਕਰਾਂਗੇ ਆਈਟੀ ਕੰਪਿਊਟਰ ਫੰਡਾਮੈਂਟਲਸ। ਇਸ ਸਬਜੈਕਟ ਨੂੰ ਜਿਹੜਾ ਹੈ ਫੰਡਾਮੈਂਟਲਸ ਆਫ ਆਈਟੀ ਵੀ ਕਿਹਾ ਜਾਂਦਾ ਹੈ ਤੇ ਕੰਪਿਊਟਰ ਫੰਡਾਮੈਂਟਲ ਵੀ ਕਿਹਾ ਜਾਂਦਾ ਹੈ। ਇਨਫੋਰਮੇਸ਼ਨ ਟੈਕਨੋਲੋਜੀ ਆਈਟੀ ਦੀ ਫੁੱਲ ਫਾਰਮ। ਤੇ ਅੱਜ ਅਸੀਂ ਫਸਟ ਚੈਪਟਰ ਕਰਾਂਗੇ ਤੇ ਇਹ ਜਿਹੜੀ ਵੀਡੀਓਜ਼ ਹੋਣਗੀਆਂ ਐਜ਼ ਪਰ ਦਾ ਪੰਜਾਬੀ ਯੂਨੀਵਰਸਿਟੀ ਦੇ ਸਿਲੇਬਸ ਦੇ ਅਕੋਰਡਿੰਗ ਹੋਣਗੀਆਂ ਵੀਡੀਓਜ਼। ਜਿਹੜਾ ਕਿ ਸਿਲੇਬਸ 'ਚ ਸਾਨੂੰ ਦਿੱਤਾ ਹੋਏਗਾ ਅਸੀਂ ਉਹ ਟੌਪਿਕ ਕਰਾਂਗੇ। ਠੀਕ ਹੈ, ਪੁਆਇੰਟ ਟੂ ਪੁਆਇੰਟ ਕਰਾਂਗੇ ਜਿੰਨਾ ਮਤਲਬ ਯੂਨੀਵਰਸਿਟੀ ਨੇ ਮੈਂਸ਼ਨ ਕੀਤਾ ਹੈ ਸਿਲੇਬਸ ਦੇ ਵਿੱਚ। ਜੇ ਤੁਸੀਂ ਕੋਈ ਹੋਰ ਯੂਨੀਵਰਸਿਟੀ 'ਤੇ ਹੈ ਤਾਂ ਤੁਸੀਂ ਪਹਿਲਾਂ ਚੈੱਕ ਕਰ ਲਿਓ ਆਪਣੀ ਯੂਨੀਵਰਸਿਟੀ ਦਾ ਸਿਲੇਬਸ। ਦੈਨ ਤੁਸੀਂ ਸਾਡੀ ਜੇ ਸੇਮ ਹੁੰਦਾ ਹੋਇਆ ਤਾਂ ਸਾਡੀ ਵੀਡੀਓਜ਼ ਦੇਖ ਸਕਦੇ ਹੋ। ਠੀਕ ਹੈ, ਅਤੇ ਸਟਾਰਟ ਕਰਾਂਗੇ ਅਸੀਂ ਅੱਜ ਦੇ ਟੌਪਿਕ ਨੂੰ। ਫਸਟ ਚੈਪਟਰ ਹੈ ਜਿਸ ਦਾ ਨਾਮ ਹੈ ਕੰਪਿਊਟਰ ਫੰਡਾਮੈਂਟਲਸ। ਅਤੇ ਤੁਸੀਂ ਸਾਰਿਆਂ ਨੇ ਕੰਪਿਊਟਰ ਪੜ੍ਹਿਆ ਹੈ ਛੋਟੀਆਂ ਕਲਾਸਾਂ ਦੇ ਵਿੱਚ। ਠੀਕ ਹੈ, ਅਤੇ ਕੰਪਿਊਟਰ ਕਿਆ ਹੁੰਦਾ ਹੈ ਤੁਹਾਡੇ ਅਕੋਰਡਿੰਗ ਤੁਸੀਂ ਕਮੈਂਟਸ ਦੇ ਵੀ ਜ਼ਰੂਰ ਦੱਸਣਾ। ਠੀਕ ਹੈ, ਅਤੇ ਮੈਂ ਸਿੱਧਾ ਡਾਇਰੈਕਟ ਜਿਹੜਾ ਮੇਨ ਪੁਆਇੰਟ ਜਿਹੜਾ ਮੇਨ ਕੁਐਸਚਨ ਆਉਂਦਾ ਹੈ ਕੰਪਿਊਟਰ ਔਰਗਨਾਈਜੇਸ਼ਨ, ਜਿਹਨੂੰ ਅਸੀਂ ਬਲੋਕ ਡਾਇਗਰਾਮ ਆਫ ਕੰਪਿਊਟਰ ਵੀ ਕਹਿ ਦਿੰਦੇ ਹਾਂ। ਇਹਦੇ 'ਤੇ ਸਟਾਰਟ ਕਰਾਂਗੇ। ਵਾਟ ਇਜ਼ ਕੰਪਿਊਟਰ, ਐਡਵਾਂਟੇਜਿਸ ਕਿਆ ਹੈ, ਡਿਸਐਡਵਾਂਟੇਜਿਸ ਕਿਆ ਹੈ, ਇਹ ਤੁਹਾਨੂੰ ਪਤਾ ਹੀ ਹੋਏਗਾ ਕਿਉਂਕਿ ਤੁਸੀਂ ਆਲਰੇਡੀ ਕੰਪਿਊਟਰ ਬਾਰੇ ਤੁਸੀਂ ਚਲਾਉਂਦੇ ਹੋਣਗੇ ਜਾਂ ਫਿਰ ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਿਆ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿਆ ਹੈ। ਤਾਂ ਮੈਂ ਇਸ ਪਰ ਟਾਈਮ ਨਹੀਂ ਹੈ ਵੇਸਟ ਕਰੂੰਗਾ। ਮੈਂ ਸਿੱਧਾ ਪੁਆਇੰਟ ਟੂ ਪੁਆਇੰਟ ਜਿਹੜਾ ਹੈ ਸਿਲੇਬਸ ਆਉਣਾ ਮੈਂ ਉਸ ਦੀ ਗੱਲ ਕਰੂੰਗਾ। ਠੀਕ ਹੈ, PDF ਦੇ ਦਿੱਤੀ ਹੈ ਮੈਂ। ਠੀਕ ਹੈ, ਇਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੀ। ਜਿਹੜਾ ਪੰਜਾਬੀ ਯੂਨੀਵਰਸਿਟੀ ਸਿਲੇਬਸ ਦੇ ਅੰਡਰ ਜਿਹੜੇ ਮਤਲਬ ਟੌਪਿਕਸ ਹੈਗੇ ਉਹ ਪਾ ਦਿੱਤੇ ਹੈ ਅਤੇ ਤੁਸੀਂ ਉੱਥੇ ਦੇ ਦੇਖ ਕੇ ਕਰ ਲਿਓ। ਠੀਕ ਹੈ, ਡਾਊਨਲੋਡ ਕਰ ਲਿਓ ਇਸ PDF ਨੂੰ। ਅਤੇ ਤੁਹਾਨੂੰ ਬੁੱਕ ਲੈਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਇੱਕ ਬੁੱਕ ਦੇ ਵਿੱਚੋਂ ਹੀ ਹੈ ਜਿਸ ਦੇ ਵਿੱਚ ਸਾਰਾ ਮਟੀਰੀਅਲ ਦੇ ਰੱਖਿਆ ਹੈ। ਅਤੇ ਸਟਾਰਟ ਕਰਾਂਗੇ ਬਲੋਕ ਡਾਇਗਰਾਮ ਆਫ ਕੰਪਿਊਟਰ ਦੀ। ਅਤੇ ਕੰਪਿਊਟਰ ਕੈਨ ਵੇਰੀ ਇਨ ਸਾਈਜ਼, ਸਪੀਡ ਐਂਡ ਕਪੈਸਿਟੀ ਡਿਪੈਂਡਿੰਗ ਔਨ ਦ ਸਰਕਿਟ ਔਰ ਹਾਰਡਵੇਅਰ ਡਿਜ਼ਾਈਨ, but it has same functional organization which is shown in the figure। ਇਹਦਾ ਮਤਲਬ ਕਿਆ ਹੈ ਕਿ ਕੰਪਿਊਟਰ ਜਿਹੜਾ ਹੈ ਸਾਈਜ਼, ਸਪੀਡ ਅਤੇ ਉਹ ਮਤਲਬ ਡਿਪੈਂਡ ਕਰ ਸਕਦਾ ਹੈ ਕਪੈਸਿਟੀ ਕਿੰਨੀ ਕੁ ਉਸਦੀ, ਉਹ ਸਰਕਿਟ ਦੇ ਉੱਪਰ ਡਿਪੈਂਡ ਕਰ ਸਕਦਾ ਜਾਂ ਫਿਰ ਹਾਰਡਵੇਅਰ ਦੇ ਉੱਪਰ ਡਿਪੈਂਡ ਕਰ ਸਕਦਾ ਕਿ ਉਸਦੇ ਵਿੱਚ ਕਿਹੜਾ ਹਾਰਡਵੇਅਰ ਹੈ। ਬਟ ਉਸਦੇ ਜਿਹੜੇ ਫੰਕਸ਼ਨਸ ਹੋਣਗੇ ਉਹ ਸੇਮ ਹੀ ਹੋਣਗੇ। ਠੀਕ ਹੈ, ਉਹ ਫੰਕਸ਼ਨਸ ਹੋਣਗੇ ਉਹ ਸੇਮ ਹੋਣਗੇ। ਅਤੇ ਇਸ ਫੰਕਸ਼ਨਸ ਨੂੰ ਜਿਹੜੀ ਇਹ ਨੀਚੇ ਦਿੱਤੀ ਹੋਈ ਹੈ ਦੇਖੋ ਡਾਇਗਰਾਮ 1.3 ਫਿਗਰ, ਇਸ ਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਹੈ। ਅਤੇ ਬੇਸਿਕਲੀ ਜਿਹੜਾ ਹੈ 3 ਇੰਪੋਰਟੈਂਟ ਯੂਨਿਟਸ ਹੈ ਕੰਪਿਊਟਰ ਨੂੰ 3 ਇੰਪੋਰਟੈਂਟ ਯੂਨਿਟਸ ਦੇ ਵਿੱਚ ਵੰਡਿਆ ਗਿਆ ਹੈ। ਇੱਕ ਹੁੰਦੀ ਹੈ ਇਨਪੁਟ, ਇੱਕ ਹੁੰਦੀ ਹੈ CPU ਸੈਂਟਰਲ ਪ੍ਰੋਸੈਸਿੰਗ ਯੂਨਿਟ, ਇੱਕ ਹੁੰਦੀ ਹੈ ਆਊਟਪੁੱਟ। ਥੀਸ ਯੂਨਿਟਸ ਮੇ ਬੀ ਇਨ ਵੇਰਿੰਗ ਫਰੋਮ ਡਿਫਰੈਂਟ ਕੰਪਿਊਟਰਸ। ਠੀਕ ਹੈ, ਜਿਹੜੀਆਂ ਯੂਨਿਟਸ ਹੋਣਗੀਆਂ ਨਾ ਇਹ ਡਿਫਰੈਂਟ ਕੰਪਿਊਟਰ ਦੇ ਵਿੱਚ ਵੇਰੀ ਕਰ ਸਕਦੀਆਂ ਹੈ। ਠੀਕ ਹੈ, ਪਰ ਹੁੰਦੀਆਂ ਸੇਮ ਹੈ। ਬਿਫੋਰ ਪ੍ਰੋਸੀਡਿੰਗ ਟੂ ਦ ਡਿਫਰੈਂਟ ਯੂਨਿਟਸ ਦੇ ਵੱਲ ਪਹਿਲਾਂ ਜਾਣ ਤੋਂ ਪਹਿਲਾਂ ਅਸੀਂ ਇਹਦੀ ਥੋੜ੍ਹੀ ਜਿਹੀ ਵਰਕਿੰਗ ਦੇਖਾਂਗੇ। ਜੇ ਅਸੀਂ ਵਰਕਿੰਗ ਇਹਦੀ ਅੱਛੇ ਤੋਂ ਸਮਝ ਲਈ ਅਤੇ ਜਿਹੜੀ ਯੂਨਿਟਸ ਹੈ ਉਹ ਤੁਹਾਨੂੰ ਈਜ਼ੀਲੀ ਸਮਝ ਆ ਜਾਏਗੀ। ਠੀਕ ਹੈ, ਇਹ ਜਿਹੜੀ ਯੂਨਿਟਸ ਹੈ ਇਨਪੁਟ ਯੂਨਿਟ, ਆਊਟਪੁੱਟ ਯੂਨਿਟ, ਇਹ ਅੱਗੇ ਜਾ ਕੇ ਤੁਹਾਨੂੰ ਸੈਕਿੰਡ ਚੈਪਟਰ ਦੇ ਵਿੱਚ ਬਹੁਤ ਜ਼ਿਆਦਾ ਡਿਟੇਲ 'ਚ ਅਤੇ ਇੱਥੇ ਡਿਟੇਲ ਇਹਨਾਂ ਨਾਲ ਮਤਲਬ ਮੀਨਿੰਗ ਸਮਝ ਲਿਆ ਅੱਗੇ ਤੁਹਾਨੂੰ ਡਿਟੇਲ 'ਚ ਮਿਲ ਜਾਣਗੀਆਂ। ਇਨਪੁੱਟ, ਠੀਕ ਹੈ, ਇਨਪੁੱਟ 'ਤੇ ਡਾਟਾ ਅਸੀਂ ਪਾਉਂਦੇ ਹਾਂ। ਠੀਕ ਹੈ, ਅਤੇ ਉਹ ਡਾਟਾ ਜਿਹੜਾ CPU ਦੇ ਅੰਡਰ ਆਉਂਦਾ ਹੈ। ਠੀਕ ਹੈ, CPU ਦੇ ਅੰਡਰ ਜਿਹੜਾ ਹੈ ਕੰਟਰੋਲ ਯੂਨਿਟ ਦੇ ਅੰਦਰ ਉਹ ਪਹਿਲਾਂ ਡਾਟਾ ਆਏਗਾ। ਦੈਨ ਕੰਟਰੋਲ ਯੂਨਿਟ ਜਿਹੜਾ ਹੈ ਉਹ ਡਾਟਾ ਨੂੰ ਜਿਹੜਾ ਹੈ ਮੈਮਰੀ ਯੂਨਿਟ ਕੋਲ ਭੇਜੂਗੀ ਫੋਰ ਹਿਜ਼ ਟੈਂਪਰੇਰੀ ਸਟੋਰੇਜ ਦੇ ਲਈ ਉਹ ਮੈਮਰੀ ਯੂਨਿਟ ਕੋਲ ਭੇਜੇਗੀ। ਦੈਨ ਮੈਮਰੀ ਯੂਨਿਟ ਉਹ ਡਾਟਾ ਜਿਹੜਾ ਹੈ ALU ਦੇ ਕੋਲ ਭੇਜੇਗੀ। ALU ਦੀ ਫੁੱਲ ਫਾਰਮ ਹੁੰਦੀ ਹੈ ਅਰਥਮੈਟਿਕ ਲੌਜਿਕ ਯੂਨਿਟ, ਉਸਦੇ ਕੋਲ ਭੇਜੇਗੀ। ਉਹ ਡਾਟਾ ਚੈੱਕ ਕਰੇਗੀ, ਕੈਲਕੂਲੇਸ਼ਨਸ ਕਰੇਗੀ ਡਾਟਾ ਦੀ। ਦੈਨ ਫਿਰ ਜਿਹੜਾ ਡਾਟਾ ਜਿਹੜਾ ਹੈ ਮੈਮਰੀ ਯੂਨਿਟ ਨੂੰ ਭੇਜੂਗੀ ਬਾਇਆ ਸੈਂਟਰਲ ਯੂਨਿਟ। ਜਦੋਂ ਮੈਮਰੀ ਯੂਨਿਟ ਨੂੰ ਭੇਜੇਗੀ ਡਾਟਾ ਤਾਂ ਉੱਥੇ ਜਿਹੜਾ ਡਾਟਾ ਜਿਹੜਾ ਪਰਮਾਨੈਂਟਲੀ ਸਟੋਰ ਹੋ ਜਾਣਾ ਹੈ। ਤਾਂ ਮੈਮਰੀ ਯੂਨਿਟ ਜਿਹੜਾ ਡਾਟਾ ਨੂੰ ਜਿਹੜਾ ਆਊਟਪੁੱਟ ਯੂਨਿਟ ਦੇ ਕੋਲ ਭੇਜੇਗੀ। ਠੀਕ ਹੈ, ਇਸ ਦਾ ਮਤਲਬ ਕਿਆ ਹੈ, ਕੋਈ ਵੀ ਤੁਸੀਂ ਇੰਸਟਰਕਸ਼ਨ ਦਿੱਤੀ ਕੰਪਿਊਟਰ ਨੂੰ ਉਹ ਇਨਪੁੱਟ ਯੂਨਿਟ ਦੇ ਜ਼ਰੀਏ ਜਿਹੜੀ ਹੈ CPU ਕੋਲ ਚਲ ਗਈ। CPU ਦੇ ਵਿੱਚ ਉਹ ਪਹਿਲਾਂ ਜਾਏਗੀ ਕੰਟਰੋਲ ਯੂਨਿਟ ਦੇ ਕੋਲ, ਦੈਨ ਉਹ ਜਾਏਗੀ ਮੈਮਰੀ ਯੂਨਿਟ ਦੇ ਕੋਲ, ਦੈਨ ਫੋਰ ਹਿਜ਼ ਟੈਂਪਰੇਰੀ ਸਟੋਰੇਜ, ਦੈਨ ਹੋ ਜਾਏਗੀ ALU ਕੋਲ। ALU ਜਦੋਂ ਉਹਦੀ ਕੈਲਕੂਲੇਸ਼ਨ ਵਗੈਰਾ ਕਰ ਲਏਗਾ ਉਸ ਚੀਜ਼ ਦੀ ਅਤੇ ਉਹ ਜਿਹੜਾ ਇਹ CPU ਦੇ ਕੋਲ ਮੈਮਰੀ ਯੂਨਿਟ ਦੇ ਕੋਲ ਚਲ ਜਾਏਗਾ ਉਹ ਡਾਟਾ।
ਮੈਮਰੀ ਯੂਨਿਟ ਕਿਆ ਹੈ, ਉਸ ਡਾਟਾ ਨੂੰ ਜਿਹੜਾ ਆਊਟਪੁੱਟ ਯੂਨਿਟ ਦੇ ਵਿੱਚ ਭੇਜੇਗੀ ਔਰ ਤੁਹਾਡਾ ਰਿਜ਼ਲਟ ਜਿਹੜਾ ਸਕਰੀਨ 'ਤੇ ਸ਼ੋ ਹੋ ਜਾਣਾ ਹੈ, ਜੋ ਵੀ ਤੁਸੀਂ ਮਤਲਬ ਇੰਸਟਰਕਸ਼ਨ ਦਿੱਤੀ ਹੋਈ ਕੰਪਿਊਟਰ ਨੂੰ ਡਾਟਾ ਪਾਇਆ ਹੋਇਆ। ਅਤੇ ਇਸ ਪੁਆਇੰਟਸ ਦੇ ਵਿੱਚ ਇਹੀ ਦਿੱਤਾ ਹੈ, ਤੁਸੀਂ ਪੜ੍ਹ ਸਕਦੇ ਹੋ। ਜੇ ਤੁਹਾਨੂੰ ਨਹੀਂ ਕੁਝ ਸਮਝ ਆਇਆ ਤੁਸੀਂ ਦੱਸ ਸਕਦੇ ਹੋ ਸਾਨੂੰ। ਹੁਣ ਚੱਲਦੇ ਅਸੀਂ ਡਿਫਰੈਂਟ ਯੂਨਿਟਸ ਆਫ ਕੰਪਿਊਟਰ। ਹੁਣ ਅਸੀਂ ਪੜ੍ਹਾਂਗੇ ਡਿਫਰੈਂਟ ਯੂਨਿਟਸ ਆਫ ਕੰਪਿਊਟਰ। 3 ਤਰ੍ਹਾਂ ਦੀ ਯੂਨਿਟਸ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਇਨਪੁਟ ਯੂਨਿਟ, CPU ਯੂਨਿਟ, ਅਤੇ ਜਿਹੜੀ ਥਰਡ ਯੂਨਿਟ ਹੈ ਉਹ ਹੈ ਤੁਹਾਡੀ ਆਊਟਪੁੱਟ ਯੂਨਿਟ। ਠੀਕ ਹੈ, ਇਨਪੁਟ ਯੂਨਿਟ ਹੈ ਉਸ ਦੇ ਵਿੱਚ ਤੁਸੀਂ ਡਾਟਾ ਪਾਉਂਦੇ ਹੋ ਕੰਪਿਊਟਰ ਦੇ ਵਿੱਚ। ਠੀਕ ਹੈ, ਔਰ ਉਹ ਡਾਟਾ ਜਿਹੜਾ ਕੰਪਿਊਟਰ ਜਿਹੜਾ ਉਹ ਡਾਟਾ ਨੂੰ ਇੱਕ ਬਾਈਨਰੀ ਫੋਰਮ ਦੇ ਵਿੱਚ ਉਹ ਜਿਹੜਾ ਹੈ ਕਨਵਰਟ ਕਰ ਦਿੰਦਾ ਉਸ ਡਾਟਾ ਨੂੰ। ਦੈਨ ਉਹ ਡਾਟਾ ਜਿਹੜਾ ਹੈ ਬਾਈਨਰੀ ਫੋਰਮ ਦੇ ਵਿੱਚ ਕੰਪਿਊਟਰ ਨੂੰ ਛੇਤੀ ਸਮਝ ਆਉਂਦਾ ਹੈ। ਠੀਕ ਹੈ, ਔਰ ਤੁਸੀਂ ਡਾਟਾ ਕਿਸ ਚੀਜ਼ ਦੇ ਜ਼ਰੀਏ ਪਾਉਂਦੇ ਹੋ? ਕੀਬੋਰਡ ਦੇ ਜ਼ਰੀਏ ਪਾਉਂਦੇ ਹੋ, ਕੁਛ ਲਿਖਦੇ ਹੋ, ਟਾਈਪ ਕਰਦੇ ਹੋ ਤਾਂ ਕੀਬੋਰਡ ਦੇ ਜ਼ਰੀਏ ਕਰਦੇ ਹੋ। ਸੈਕਿੰਡ ਹੈ CPU। CPU ਕਿਆ ਹੈ? ਸੈਂਟਰਲ ਪ੍ਰੋਸੈਸ ਯੂਨਿਟ। ਇਹ ਬ੍ਰੇਨ ਹੁੰਦਾ ਹੈ ਕੰਪਿਊਟਰ ਦਾ, ਇਸ ਦੇ ਵਿੱਚ ਸਾਰੇ ਫੰਕਸ਼ਨ ਜਿਹੜੇ ਨੇ ਐਗਜ਼ੀਕਿਊਟ ਹੁੰਦੇ ਨੇ। CPU ਜਿਹੜਾ ਕੰਟਰੋਲ ਕਰਦੇ ਸਾਰੇ ਓਪਰੇਸ਼ਨਸ ਔਰ ਅਦਰ ਕੰਪੋਨੈਂਟ, ਸਾਰੇ ਕੰਪੋਨੈਂਟਸ ਨੂੰ ਜਿਹੜਾ ਹੈ ਇਹ ਓਪਰੇਟ ਕਰਦਾ ਹੈ। ਠੀਕ ਹੈ, ਚਾਹੇ ਮੈਮਰੀ ਯੂਨਿਟ ਦੇ ਵਿੱਚ ਮੈਮਰੀ ਦੇ ਵਿੱਚ ਹੋ ਰਹੇ ਹੋਣ, ਇਨਪੁੱਟ ਦੇ ਵਿੱਚ, ਆਊਟਪੁੱਟ ਡਿਵਾਈਸ ਦੇ ਵਿੱਚ ਹੋ ਰਹੇ ਹੋਣ, ਕੰਟਰੋਲ ਅੰਡਰ ਇਟਸ ਕੰਟਰੋਲ। ਠੀਕ ਹੈ, ਜਿਹੜਾ ਡਾਟਾ ਜਿਹੜਾ ਸਟੋਰ ਹੁੰਦਾ ਮੈਮਰੀ ਦੇ ਵਿੱਚ, ਔਰ ਆਊਟਪੁੱਟ ਜਿਹੜੀ ਡਿਸਪਲੇ ਹੁੰਦੀ ਹੈ ਸਕਰੀਨ 'ਤੇ ਜਾਂ ਪ੍ਰਿੰਟਡ ਪੇਪਰ 'ਤੇ। ਠੀਕ ਹੈ, CPU ਵੀ ਅੱਗੇ ਅੰਡਰ 3 ਪਾਰਟਸ ਅੰਡਰ ਡਿਵਾਈਡ ਕੀਤਾ ਹੈ, ALU, CU ਐਂਡ MU। ALU ਦਾ ਮਤਲਬ ਮੈਂ ਤੁਹਾਨੂੰ ਦੱਸਿਆ ਫੁੱਲ ਫਾਰਮ ਅਰਥਮੈਟਿਕ ਲੌਜਿਕ ਯੂਨਿਟ। ਸੈਂਟਰਲ ਯੂਨਿਟ ਦਾ ਮਤਲਬ ਸੈਂਟਰਲ ਯੂਨਿਟ CPU ਦੀ ਫੁੱਲ ਫਾਰਮ ਹੈ। MU ਜਿਹੜੀ ਹੈ ਮੈਮਰੀ ਯੂਨਿਟ ਦੀ ਫੁੱਲ ਫਾਰਮ ਹੈ। ALU ਦੇ ਵਿੱਚ ਕਿਆ ਹੈ? ਐਕਚੁਅਲ ਐਗਜ਼ੀਕਿਊਸ਼ਨ ਹੁੰਦੀ ਹੈ। ਠੀਕ ਹੈ, ਇਸ ਦੇ ਵਿੱਚ ਜਿਹੜਾ ਹੈ ਇਹ ਆਲ ਦਾ ਅਰਥਮੈਟਿਕ ਕੈਲਕੂਲੇਸ਼ਨਸ, ਇਹ ਸਾਰੀਆਂ ਅਰਥਮੈਟਿਕ ਕੈਲਕੂਲੇਸ਼ਨ ਨੂੰ ਦੇਖਦਾ ਹੈ, ਚਾਹੇ ਉਹ ਐਡੀਸ਼ਨ ਹੈ, ਪਲੱਸ ਮਾਈਨਸ, ਮਲਟੀਪਲੀਕੇਸ਼ਨ, ਡਿਵੀਜ਼ਨ। ਠੀਕ ਹੈ, ਐਜ਼ ਵੈਲ ਐਜ਼ ਲੌਜੀਕਲ ਕੈਲਕੂਲੇਸ਼ਨਸ ਨੂੰ ਵੀ ਕੰਪੇਅਰ ਕਰਦਾ ਹੈ ਕਿ ਕੋਈ ਚੀਜ਼ ਤੁਸੀਂ ਭਰੀ ਹੋਏਗੀ ਜਿਹੜੀ ਕੰਪੇਅਰ ਕਰਨੀ ਹੋਏਗੀ ਤਾਂ ਉਸ ਨੂੰ ਵੀ ਮੈਨੇਜ ਕਰਦਾ ਹੈ। ਠੀਕ ਹੈ, CPU ਦਾ ਮਤਲਬ ਕੀ ਹੁੰਦਾ ਹੈ? ਸੈਂਟਰਲ ਯੂਨਿਟ ਕੰਟਰੋਲ, ਮਤਲਬ ਕਿ ਇਹ ਕੰਟਰੋਲ ਕਰਦੀ ਹੈ ਸਾਰੀ ਐਕਟੀਵਿਟੀਜ਼ ਕੰਪਿਊਟਰ ਦੇ ਵਿੱਚ ਜਿਹੜੀਆਂ ਹੋ ਰਹੀਆਂ ਹੈ। ਇਟਸ ਪ੍ਰਾਇਮਰੀ ਫੰਕਸ਼ਨ ਆਰ ਟੂ ਸਿਲੈਕਟ ਐਂਡ ਇੰਟਰਪ੍ਰੀਟੇਟ ਇਨਫੋਰਮੇਸ਼ਨ ਐਂਡ ਸੈਂਡ ਐਪਰੋਪ੍ਰੀਏਟ ਸਿਗਨਲਸ ਟੂ ਅਦਰਸ ਯੂਨਿਟ। ਸਾਰੇ ਯੂਨਿਟਸ ਨੂੰ ਜਿਹੜਾ ਹੈ ਐਪਰੋਪ੍ਰੀਏਟ ਸਹੀ ਸਿਗਨਲਸ ਜਿਹੜੇ ਨੇ ਇਹ ਜਿਹੜਾ ਹੈ ਭੇਜਦੀ ਹੈ ਸੈਂਟਰਲ ਯੂਨਿਟ। ਅਤੇ ਇਹ ਜਿਹੜਾ ਹੈ ਮੇਨ ਕੰਮ ਕਰਦੀ ਹੈ ਕੰਪਿਊਟਰ ਦੇ ਵਿੱਚ, ਸਾਰੇ ਪ੍ਰੋਗਰਾਮਸ ਨੂੰ ਇਹੀ ਐਗਜ਼ੀਕਿਊਟ ਕਰਦੀ ਹੈ। ਠੀਕ ਹੈ, ਇਹ ਜਿਹੜਾ ਹੈ ਸਾਰੇ ਕੰਟਰੋਲ ਕਰਦੀ ਹੈ, ਹਰ ਇੱਕ ਪਾਰਟ ਜਿਹੜਾ ਹੈ ਕੰਪਿਊਟਰ ਦੇ ਵਿੱਚ ਮਤਲਬ ਇਹ ਕੰਟਰੋਲ ਕਰਦਾ ਹੈ। ਠੀਕ ਹੈ, ਅਤੇ ਇੱਕ ਤੁਹਾਡਾ ਹੈ MU ਮੇਰੇ ਹਿਸਾਬ ਨਾਲ ਇਸ PDF ਦੇ ਵਿੱਚ ਨਹੀਂ ਦਿੱਤਾ ਹੈ, ਅਤੇ ਇਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ। ਠੀਕ ਹੈ, ਮੈਮਰੀ ਯੂਨਿਟ ਕੈਨ ਆਲਸੋ ਵੀ, ਮੈਮਰੀ ਯੂਨਿਟ ਹੋਇਆ MU ਦੀ ਫੁੱਲ ਫਾਰਮ, ਅਤੇ MU ਨੂੰ ਜਿਹੜਾ ਹੈ ਮੈਮਰੀ ਯੂਨਿਟ ਵੀ ਕਹਿੰਦੇ ਆ ਜਾਂ ਫਿਰ ਸਟੋਰੇਜ ਯੂਨਿਟ ਵੀ ਕਹਿੰਦੇ ਆ। ਠੀਕ ਹੈ, ਇਸ ਦੇ ਵਿੱਚ ਕਿਆ ਹੈ ਕਿ ਡਾਟਾ ਜਿਹੜਾ ਹੈ ਸਟੋਰ ਹੁੰਦਾ ਹੈ ਕੰਪਿਊਟਰ ਦੇ ਵਿੱਚ। ਹੁਣ ਅਸੀਂ ਗੱਲ ਕਰਾਂਗੇ ਮੈਮਰੀ ਯੂਨਿਟ ਵੀ ਅੱਗੇ 2 ਪਾਰਟਸ ਦੇ ਵਿੱਚ ਡਿਵਾਈਡ ਹੈ, ਪ੍ਰਾਇਮਰੀ ਮੈਮਰੀ ਔਰ ਸੈਕੰਡਰੀ ਮੈਮਰੀ। ਅਤੇ ਇਹ ਤੁਹਾਨੂੰ ਲਿਖਣ ਦੀ ਇਹਨਾਂ 'ਚ ਕੁਝ ਜ਼ਰੂਰਤ ਨਹੀਂ ਕਿਉਂਕਿ ਇਸ ਪਰ ਅੱਗੇ ਚੈਪਟਰ ਆ ਹੀ ਜਾਣਾ ਹੈ। ਠੀਕ ਹੈ, ਆਊਟਪੁੱਟ ਯੂਨਿਟ ਜਿਹੜਾ ਤੁਸੀਂ ਡਾਟਾ ਪਾਇਆ ਕੰਪਿਊਟਰ ਦੇ ਵਿੱਚ ਉਹ ਪ੍ਰੋਸੈਸ ਹੋਇਆ CPU ਦੇ ਮਤਲਬ ਥਰੂ, ਅਤੇ ਹੁਣ ਉਹ ਆਊਟਪੁੱਟ ਡਿਸਪਲੇ ਹੋਏਗੀ। ਜੇ ਤਾਂ ਉਹ ਆਊਟਪੁੱਟ ਤੁਸੀਂ ਪ੍ਰਿੰਟਡ ਵੇ 'ਚ ਚਾਹੁੰਦੇ ਹੋ ਤਾਂ ਪੇਜ ਪਰ ਪ੍ਰਿੰਟ ਹੋ ਜਾਏਗੀ, ਅਦਰਵਾਈਜ਼ ਉਹ ਸਕਰੀਨ ਪਰ ਸਾਨੂੰ ਸ਼ੋ ਹੋ ਜਾਏਗੀ। ਠੀਕ ਹੈ, ਅਤੇ ਆਊਟਪੁੱਟ ਯੂਨਿਟ ਵੀ ਇਹੀ ਹੈ, ਇਹ ਵੀ ਮੈਂ ਪਾਊਂਗਾ, ਇਹ ਜਿਹੜਾ ਮੈਮਰੀ ਯੂਨਿਟ ਤੋਂ ਲੈ ਕੇ ਆਊਟਪੁੱਟ ਤੱਕ ਦਾ ਸਾਰਾ ਮੈਂ ਜਿਹੜਾ ਪਾ ਦੂੰਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ। ਹੁਣ ਅਸੀਂ ਕਰਾਂਗੇ ਕਰੈਕਟਰਿਸਟਿਕਸ ਆਫ ਕੰਪਿਊਟਰ। ਐਕਚੁਅਲੀ ਮੇਰੀ ਅੱਜ ਤਬੀਅਤ ਨਹੀਂ ਨਾ ਠੀਕ ਹੈਗੀ ਤਾਂ ਫਿਰ ਪ੍ਰੋਬਲਮ ਹੋ ਰਹੀ ਹੈ ਵੀਡੀਓ ਬਣਾਉਣ 'ਚ, ਪਰ ਫਿਰ ਵੀ ਮੈਂ ਬਣਾ ਰਿਹਾ ਕਿਉਂਕਿ ਮੈਨੂੰ ਲੱਗਦਾ ਹੈ ਬੱਚਿਆਂ ਨੂੰ ਪਹੁੰਚ ਜਾਣੀ ਚਾਹੀਦੀ ਹੈ ਵੀਡੀਓ। ਫੀਚਰਸ ਤੁਸੀਂ ਕਰ ਸਕਦੇ ਹੋ, ਐਕਸਪਲੇਨ ਨਹੀਂ ਮੈਂ ਕਰੂੰਗਾ, ਮੇਨ ਹੈਡਿੰਗ ਤੁਹਾਨੂੰ ਦੱਸ ਦੂੰਗਾ, ਬਾਕੀ ਤੁਸੀਂ ਐਕਸਪਲੇਨ ਕਰ ਸਕਦੇ ਹੋ। ਕੰਪਿਊਟਰ ਕਿਆ ਹੈ? ਸਪੀਡ, ਕੰਪਿਊਟਰ ਦੇ ਵਿੱਚ ਹਰ ਕੰਮ ਸਪੀਡ ਦੇ ਨਾਲ ਹੁੰਦਾ ਹੈ, ਐਕੂਰੇਟ ਹੁੰਦਾ ਹੈ। ਠੀਕ ਹੈ, ਅਤੇ ਸਟੋਰੇਜ ਕਪੈਸਿਟੀ ਵੀ ਹੈਗੀ, ਕੰਪਿਊਟਰ ਦੇ ਵਿੱਚ ਸਟੋਰ ਕਰ ਸਕਦੇ ਤੁਹਾਡੇ ਡਾਟਾ ਨੂੰ। ਕੰਪਿਊਟਰ ਦੇ ਵਿੱਚ ਇੱਕ ਹੋਰ ਫੀਚਰ ਹੈ ਕਿ ਡਿਫਰੈਂਟ ਕੰਮ ਨੂੰ ਜਿਹੜਾ ਤੁਸੀਂ ਇੱਕ ਕੰਪਿਊਟਰ 'ਤੇ ਕਰ ਸਕਦੇ ਹੋ, ਕਾਫੀ ਮਤਲਬ ਕਾਈਂਡਸ ਆਫ ਕੰਮ ਨੂੰ ਇੱਕ ਕੰਪਿਊਟਰ 'ਚ ਕੀਤਾ ਜਾ ਸਕਦਾ ਹੈ। ਠੀਕ ਹੈ, ਆਟੋਮੈਟਿਕ ਹੁੰਦਾ ਇਸ ਦੇ ਵਿੱਚ ਕੰਮ। ਠੀਕ ਹੈ, ਇਸ ਦੇ ਵਿੱਚ ਇੰਟੈਲੀਜੈਂਸ ਦੀ ਕੋਈ ਲੋੜ ਨਹੀਂ ਹੁੰਦੀ। ਠੀਕ ਹੈ, ਅਤੇ ਇਹ ਤੁਸੀਂ ਲਿਖ ਸਕਦੇ ਹੋ ਇਹਦੇ ਫੀਚਰ।
ਜਾਂ ਕਰੈਕਟਰਿਸਟਿਕ ਜਾਂ ਐਡਵਾਂਟੇਜ ਵੀ ਆਏ, ਇਹ ਵੀ ਲਿਖ ਸਕਦੇ ਹੋ। ਲਿਮਿਟੇਸ਼ਨਸ ਹੈ ਕੰਪਿਊਟਰ ਦੀ, ਤੇ ਤੁਸੀਂ ਲਿਖ ਲਓ ਆਪਣੇ ਕੋਲ, ਇੱਕ ਇੱਕ ਲਾਈਨ ਦੀ ਹੈ। ਕੰਪਿਊਟਰ ਕਾਂਟ ਲਰਨ ਵਿਦ ਐਕਸਪੀਰੀਅੰਸ। ਇਸ ਦੇ ਵਿੱਚ ਕੀ ਹੈ ਕਿ ਕੰਪਿਊਟਰ ਜਿਹੜਾ ਹੈ ਲਰਨ ਨਹੀਂ ਕਰ ਸਕਦਾ, ਠੀਕ ਹੈ, ਐਕਸਪੀਰੀਅੰਸ ਨਹੀਂ ਕਰ ਸਕਦਾ। ਕੰਪਿਊਟਰ ਹੈਵ ਨੋ ਇਮੋਸ਼ਨਸ, ਇਟ ਹੈਜ਼ ਨੋ ਫੀਲਿੰਗ ਬਿਕੋਜ਼ ਇਟ ਇਜ਼ ਅ ਮਸ਼ੀਨ। ਕਿ ਕੰਪਿਊਟਰ ਜਿਹੜਾ ਹੈ ਉਸਦੇ ਵਿੱਚ ਇਮੋਸ਼ਨ ਨਹੀਂ ਹੈ, ਉਸਦੇ ਅੰਦਰ ਕੋਈ ਫੀਲਿੰਗ ਨਹੀਂ ਹੈਗੀ, ਠੀਕ ਹੈ, ਇਟ ਇਜ਼ ਅ ਮਸ਼ੀਨ। ਕੰਪਿਊਟਰ ਕੈਨ ਨੋਟ ਡਿਟੈਕਟ ਐਰਰਸ ਇਨ ਦ ਲੌਜੀਕਲ ਯੂਨਿਟ ਟੂ ਇਟ। ਮਤਲਬ ਉਹ ਡਿਟੈਕਟ ਹੀ ਨਹੀਂ ਕਰ ਸਕਦਾ ਐਰਰਸ ਜਿਹੜਾ ਹੈ ਲੌਜਿਕ ਇਨਪੁਟ ਦੇ ਵਿੱਚ ਹੋ ਰਿਹਾ ਹੈ। ਡਿਪੈਂਡੈਂਟ ਔਨ ਹਿਊਮਨ ਬੀਇੰਗਸ, ਕੰਪਿਊਟਰ ਜਿਹੜਾ ਡਿਪੈਂਡ ਹੁੰਦਾ ਹੈ ਹਿਊਮਨ ਬੀਇੰਗਸ 'ਤੇ। ਇਟ ਰਿਕੁਆਇਰ ਅ ਲੋਟ ਆਫ ਲੁਕਿੰਗ ਆਫਟਰ, ਮਤਲਬ ਕਿ ਇਸ ਲਈ ਧਿਆਨ ਰੱਖਣਾ ਪੈਂਦਾ ਇਸ ਦਾ, ਠੀਕ ਹੈ। ਅਤੇ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਇਹ ਕੀਤਾ ਹੈ, ਬਲੌਕ ਡਾਇਗਰਾਮ ਕੀਤੀ ਕੰਪਿਊਟਰ ਦੀ, ਪੂਰੀ ਸਮਝਾਤੀ ਮੈਂ, ਪਲੱਸ ਇੱਕ ਕੀਤਾ ਕਰੈਕਟਰਿਸਟਿਕਸ, ਐਡਵਾਂਟੇਜਸ ਔਰ ਡਿਸਐਡਵਾਂਟੇਜਸ। ਐਕਚੁਅਲੀ ਮੇਰੀ ਤਬੀਅਤ ਠੀਕ ਨਹੀਂ ਹੈਗੀ ਤਾਂ ਮੈਂ ਨਹੀਂ ਅੱਜ ਦੇ ਲੈਕਚਰ ਦੇ ਲਈ ਰੱਖੂँਗਾ। ਨੈਕਸਟ ਲੈਕਚਰ ਦੇ ਵਿੱਚ ਅਸੀਂ ਕਰਾਂਗੇ ਕਲਾਸੀਫਿਕੇਸ਼ਨ, ਕਰਾਂਗੇ ਟਾਈਪਸ ਆਫ ਕੰਪਿਊਟਰ, ਠੀਕ ਹੈ, ਜਨਰੇਸ਼ਨਸ ਆਫ ਕੰਪਿਊਟਰ, ਅਤੇ 2 ਟੋਪਿਕਸ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ। ਫਿਰ ਇਸ ਦੇ ਨਾਲ ਜਿਹੜਾ ਸਾਡਾ ਜਿਹੜਾ ਫਸਟ ਚੈਪਟਰ ਕੰਪਲੀਟ ਹੋਏਗਾ, ਠੀਕ ਹੈ। ਜੇ ਤੁਹਾਨੂੰ ਸਟਿਲ ਐਨੀ ਕੋਈ ਡਾਊਟ ਰਹਿੰਦਾ ਤੁਸੀਂ ਪੁੱਛਿਓ, ਠੀਕ ਹੈ। ਤੁਹਾਡੇ ਡਾਊਟਸ ਮੈਂ ਇੱਕ ਪੇਜ ਪਰ ਲਿਖ ਕੇ ਇੱਕ ਵਾਰ ਅਸੀਂ ਲਾਈਵ ਸੈਸ਼ਨ ਕਰ ਲਾਂਗੇ ਤਾਂ ਉਹ ਡਾਊਟਸ ਅਸੀਂ ਕਲੀਅਰ ਕਰ ਦਾਂਗੇ।